ਫਰੀਦਕੋਟ ਰਿਆਸਤ ਦਾ ਇਤਿਹਾਸ। ਪ੍ਰਾਚੀਨ ਕਾਲ ਫਰੀਦਕੋਟ ਰਿਆਸਤ ਦੇ ਬਰਾੜ ਰਾਜੇ ਦੁਨੀਆ ਦੇ ਬਹੁਤ ਰਾਜਿਆਂ ਵਾਂਗੂ ਰਾਜਾ ਅਤੇ ਦੇਵੀ ਸਿਧਾਂਤਾਂ ਵਿੱਚ ਵਿਸ਼ਵਾਸ ਕਰਦੇ ਸਨ। ਆਖਰ ਦੋ ਰਾਜਾ ਬ੍ਰਿਜ ਇੰਦਰ ਸਿੰਘ ਅਤੇ ਹਰਇੰਦਰ ਸਿੰਘ ਅਤੇ ਉਹਨਾਂ ਦੇ ਵਾਰਸਾਂ ਦੇ ਨਾਮ ਵਿੱਚ ਇੰਦਰ ਨਾਂ ਦਾ, ਜਿਸ ਨੂੰ ਹਿੰਦੂ ਮਿਥਿਹਾਸ ਵਿੱਚ ਸਵਰਗ ਅਤੇ ਦੇਵੀ ਦੇਵਤਿਆਂ ਦਾ ਰਾਜਾ ਮੰਨਿਆ ਜਾਂਦਾ ਹੈ, ਇਸੇ ਗੱਲ ਦਾ ਪ੍ਰਤੀਕ ਹੈ। ਉਹ ਆਪਣੇ ਆਪ ਨੂੰ ਵਿਸ਼ਨੂੰ ਅਵਤਾਰ ਕ੍ਰਿਸ਼ਨ ਦਾ ਵੰਸ਼ਜ ਮੰਨਦੇ ਸਨ। 1959 ਤੋਂ 59 ਭਾਰਤੀ ਪੁਰਾਤਤਵੀ ਸਰਵੇ ਦੀ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਵਰਤਮਾਨ ਫਰੀਦਕੋਟ ਦੇ ਪੂਰਬ ਵੱਲ ਲੰਗਿਆਣਾ ਟ੍ਰੇਨ ਨੇੜੇ ਰੇਲਵੇ ਲਾਈਨ ਕੋਲ ਸਥਿਤ ਸਿਰਕੱਪ ਦੀ ਪੁਰਾਤਤਵੀ ਥੇਹ ਤੋਂ ਇੱਕ ਤਸ਼ੱਤਰੀ ਛੇਦਾਂ ਵਾਲਾ ਜਾਰ, ਮਿੱਟੀ ਦੇ ਬਰਤਨਾਂ ਦੇ ਟੁਕੜੇ ਅਤੇ ਪਕਾਈ ਮਿੱਟੀ ਅਤੇ ਦੁੱਧ ਪੱਥਰੀ ਦੇ ਮਣਕੇ ਪ੍ਰਾਪਤ ਹੋਏ ਹਨ। ਇਹ ਵਸਤਾਂ ਅਤੇ ਹੋਰ ਥਿਆਂ ਤੋਂ ਪ੍ਰਾਪਤ ਕੁਝ ਅਵਸ਼ੇਸ਼ ਹੁਣ ਬਾਬਾ ਫਰੀਦ ਕਲਚਰ ਸੈਂਟਰ ਮਿਊਜ਼ੀਅਮ ਫਰੀਦਕੋਟ ਵਿੱਚ ਸਥਿਤ ਹਨ। ਥੇਹ ਦੇ ਕੁਝ ਹਿੱਸਿਆਂ ਵਿੱਚ ਕੱਚੀਆਂ ਇੱਟਾਂ ਅਤੇ ਇੱਕ ਚੌੜੀ ਕੰਧ ਹਾਲੇ ਵੀ ਨਜ਼ਰ ਆਉਂਦੀ ਹੈ। ਇਹਨਾਂ ਪ੍ਰਾਪਤ ਵਸਤਾਂ ਦੇ ਆਧਾਰ 'ਤੇ ਕਿਹਾ ਜਾਂਦਾ ਹੈ ਕਿ ਇਹ ਥੇਹ ਪੂਰਬ ਹੜੱਪਾ ਅਤੇ ਹੜੱਪਾ ਕਾਲ ਮਤਲਬ ਲਗਭਗ 5000 ਵਰ੍ਹੇ ਪਹਿਲਾਂ ਵਸਿਆ ਹੋਇਆ ਸੀ। ਇਸ ਦਾ ਮਤਲਬ ਇਹ ਹੈ ਕਿ ਕ੍ਰਿਸ਼ਨ ਦੇ ਸਮੇਂ ਤੋਂ ਵੀ ਕਾਫੀ ਅਰਸਾ ਪਹਿਲਾਂ ਇਸ ਇਲਾਕੇ ਵਿੱਚ ਵਸੋ ਸੀ। ਰੰਗਮੈਲ ਦੇ ਥੇਹ ਤੋਂ ਪ੍ਰਾਪਤ ਜਿਓਮੈਟਰੀਕਲ ਅਤੇ ਫੁੱਲ ਮਲਾਵਾਂ ਅਤੇ ਡਿਜ਼ਾਈਨਾਂ ਨਾਲ ਸਜਾਏ ਹੋਏ ਕੁਝ ਭਾਂਡਿਆਂ ਵਰਗੇ ਟੁਕੜਿਆਂ ਵੀ ਸਿਰਕੱਪ ਦੀ ਥੇਹ ਤੋਂ ਪ੍ਰਾਪਤ ਹੋਏ ਹਨ, ਜੋ ਕਿ ਇਸ ਤੱਥ ਵੱਲ ਸੰਕੇਤ ਕਰਦੇ ਹਨ ਕਿ ਸਾਂਝੇ ਸਿਮਤ ਦੇ ਸ਼ੁਰੂ ਵਿੱਚ 2000 ਸਾਲ ਪਹਿਲਾਂ ਵੀ ਇਸੇ ਇਲਾਕਾ ਆਬਾਦ ਸੀ। ਕੁਝ ਦਹਾਕੇ ਪਹਿਲਾਂ ਤੱਕ ਫਰੀਦਕੋਟ ਇਲਾਕੇ ਦੇ ਪਿੰਡ ਮੱਤਾ, ਥੇਹ ਵਾਲੇ ਕੋਠੇ, ਭਾਣਾ, ਮਰਾੜ, ਬੀੜ, ਘੁਗਿਆਣਾ ਅਤੇ ਸਰਾਏਨਾਗਾ ਵਿੱਚ ਵੀ ਪੁਰਾਤਤਵੀ ਥੇਹ ਸੀ। ਇਹਨਾਂ ਵਿੱਚੋਂ ਪ੍ਰਾਪਤ ਕੁਝ ਵਸਤਾਂ ਪਿਛਲੀ ਸਦੀ ਦੀ 7ਵੀਂ ਦਹਾਕੇ ਦੌਰਾਨ ਤਤਕਾਲੀਨ ਰਜਿਸਟਰਿੰਗ ਅਫਸਰ ਪਿਆਰਾ ਸਿੰਘ ਨੇ ਇਕੱਠੇ ਕੀਤੇ ਸਨ। ਮੈਨੂੰ ਆਪ ਪਿੰਡ ਮਰਾੜ ਨੇੜੇ ਥੇਹ ਤੋਂ ਸੁਲੇਮਾਨੀ ਪੱਥਰ, ਅਕੀਕ ਅਤੇ ਪਕਾਈ ਮਿੱਟੀ ਦੇ ਮਣਕੇ ਅਤੇ ਘੁਗਿਆਣਾ ਬੀੜ ਤੋਂ ਪਕਾਈ ਮਿੱਟੀ ਦੇ ਕੁਝ ਮਣਕੇ ਅਤੇ ਸਿੱਕੇ ਮਿਲੇ ਹਨ। ਪਰ ਹੁਣ ਕਿਸਾਨਾਂ ਨੇ ਘੁਗਿਆਣਾ ਦੀ ਥੇਹ ਨੂੰ ਛੱਡ ਕੇ ਬਾਕੀ ਸਾਰੇ ਥੇਹ ਨੂੰ ਵਾਹ ਕੇ ਇਤਿਹਾਸ ਅਤੇ ਇਹਨਾਂ ਦੇ ਗਵਾਹਾਂ ਦਾ ਨਮੋ ਨਿਸ਼ਾਨ ਮਿਟਾ ਦਿੱਤਾ ਹੈ। ਸੁਲਤਨਤ ਕਾਲ ਫਰੀਦਕੋਟ 1206 ਤੋਂ ਲੈ ਕੇ 1526 ਈਸਵੀ ਤੱਕ ਫਰੀਦਕੋਟ ਦੇ ਨਾਂ ਨਾਲ ਜੁੜੀ ਦੰਦ ਕਥਾ ਵਿੱਚੋਂ ਜੇਕਰ ਕਿਸ਼ਮਾਈ ਤੱਥ ਕੱਢ ਕੇ ਵੀ ਵਿਚਾਰੀਏ ਤਾਂ ਬਾਬਾ ਫਰੀਦ ਨੂੰ ਵੰਗਾਰ ਲਈ ਫੜਨ ਦੀ ਘਟਨਾ 13ਵੀਂ ਸਦੀ ਦੀ ਹੋ ਸਕਦੀ ਹੈ। ਪਰ ਇਸ ਇਲਾਕੇ ਵਿੱਚ ਸਵਾਏ ਸੁਲਤਾਨ ਬਲਬਨ ਅਤੇ ਸੁਲਤਾਨ ਸਿਕੰਦਰ ਲੋਧੀ ਦੇ ਸਿੱਕਿਆਂ ਤੋਂ ਸਲਤਨਤ ਕਾਲ ਦਾ ਹੋਰ ਕੋਈ ਵੀ ਅਵਸ਼ੇਸ਼ ਨਹੀਂ ਮਿਲਦਾ। 320 ਸਾਲ ਦੇ ਇਸ ਕਾਲ ਦੌਰਾਨ ਇਹ ਇਲਾਕਾ ਸੌਂਕੜ ਹੋਣ ਕਰਕੇ ਆਰਥਿਕ ਮਹੱਤਵ ਵਾਲਾ ਨਹੀਂ ਸੀ, ਨਾ ਹੀ ਉਸ ਸਮੇਂ ਕਿਸੇ ਮੁੱਖ ਰਾਹ 'ਤੇ ਸਥਿਤ ਸੀ। ਸਮਾਣਾ, ਸੁਨਾਮ, ਬਠਿੰਡਾ, ਅਬੋਹਰ ਵਿਚਲੀ ਲੱਗਦਾ ਦਿੱਲੀ ਮੁਲਤਾਨ ਰਾਹ ਇਸ ਤੋਂ ਇਲਾਕਾ ਲਗਭਗ 60 ਕਿਲੋਮੀਟਰ ਦੱਖਣ ਵੱਲ ਦੀ ਲੰਘਦਾ ਸੀ। ਮੁਗਲ ਕਾਲ 1526 ਤੋਂ 1707 ਈਸਵੀ ਤੱਕ। ਮੁਗਲ ਕਾਲ ਦੇ ਲਿਖਤ ਇਤਿਹਾਸਿਕ ਸੋਮਿਆਂ ਵਿੱਚ ਕਿਤੇ ਫਰੀਦਕੋਟ ਦਾ ਨਾਂ ਨਹੀਂ ਆਉਂਦਾ ਅਤੇ ਨਾ ਹੀ ਇਹਨਾਂ ਇਲਾਕਿਆਂ ਦੇ ਮਾਲੀਏ ਸੰਬੰਧੀ ਕੋਈ ਮੁਗਲ ਦਸਤਾਵੇਜ਼ ਪ੍ਰਾਪਤ ਹੋਏ ਹਨ। ਇਸ ਲਈ ਕਿਹਾ ਜਾ ਸਕਦਾ ਹੈ ਕਿ ਮੁੱਢਲੇ ਮੁਗਲ ਕਾਲ ਦੌਰਾਨ ਵੀ ਇਸ ਇਲਾਕੇ ਵਿੱਚ ਕੋਈ ਵਿਸ਼ੇਸ਼ ਆਰਥਿਕ ਮਹੱਤਤਾ ਨਹੀਂ ਸੀ। ਨਾ ਹੀ ਹਨੇਰੇ ਕਾਲ ਤੋਂ ਸਥਾਨਿਕ ਦੰਦ ਕਥਾਵਾਂ ਕੁਝ ਚਾਨਣ ਪਾਉਂਦੀਆਂ ਹਨ। ਫਰੀਦਕੋਟ ਰਿਆਸਤ ਦੇ ਰਾਜ ਚਿੰਨ੍ਹ ਵਿੱਚ ਦੇਵਨਾਗਰੀ ਅੱਖਰਾਂ ਵਿੱਚ ਲਿਖਿਆ ਹੋਇਆ ਪਾਲਣ ਚੀਰਾ ਫਾੜੇ ਪਾਲਣ ਅਤੇ ਫਰੀਦਕੋਟ ਰਿਆਸਤ ਦੇ ਰਾਜਿਆਂ ਦਾ ਇੱਕ ਵਡੇਰਾ ਸੀ, ਜੋ ਘਟਨਾ ਵੱਲ ਉਪਰੋਕਤ ਸ਼ਬਦਾਂ ਵੱਲ ਇਸ਼ਾਰਾ ਕਰਦੇ ਹਨ। ਉਹ ਇਸ ਤਰ੍ਹਾਂ ਦੱਸੀ ਜਾਂਦਾ ਹੈ। ਮੁਗਲ ਬਾਦਸ਼ਾਹ ਅਕਬਰ ਦੇ ਰਾਜ ਦੌਰਾਨ ਇਸ ਕਾਲ ਇਲਾਕੇ ਦੇ ਬਰਾੜਾਂ ਅਤੇ ਸਿਰਸਾ ਪੱਟੀ ਸਰਦਾਰਾਂ ਦਾ ਸੀਮਾ ਸੰਬੰਧੀ ਝਗੜਾ ਹੋ ਗਿਆ ਤਾਂ ਫੈਸਲਾ ਲੈਣ ਲਈ ਦੋਹਾਂ ਮੁਖੀ ਪਾਲਣ ਅਤੇ ਮਨਸੂਰ ਅਕਬਰ ਕੋਲ ਪਹੁੰਚੇ। ਬਾਦਸ਼ਾਹ ਨੇ ਮਨਸੂਰ ਨੂੰ ਪੱਖ ਨੂੰ ਠੀਕ ਮੰਨ ਕੇ ਇੱਕ ਪੱਗ ਭੇਟ ਕੀਤੀ। ਉਸ ਨੂੰ ਉੱਥੇ ਹੀ ਆਪਣੇ ਪੱਗ ਨੂੰ ਸਿਰ ਉੱਤੇ ਬੰਨ੍ਹਣਾ ਸ਼ੁਰੂ ਕਰ ਦਿੱਤਾ। ਇਸ 'ਤੇ ਪਾਲਣ ਨੇ ਪਗੜੀ ਖੋਹਣ ਦਾ ਯਤਨ ਕੀਤਾ। ਖੋਹ ਖਿੰਝ ਵਿੱਚ ਪੱਗ ਦੇ 2 ਟੁੱਟੇ ਹੋ ਗਏ। ਅਕਬਰ ਨੇ ਤੁਰੰਤ ਹੁਕਮ ਦਿੱਤਾ ਕਿ ਦੋਹਾਂ ਪੱਗ ਦੇ ਹਿੱਸੇ ਮਿਣੇ ਜਾਣ ਅਤੇ ਝਗੜੇ ਵਾਲਾ ਇਲਾਕਾ ਉਸੇ ਅਨੁਪਾਤ ਵਿੱਚ ਦੋਹਾਂ ਵਿਚਕਾਰ ਵੰਡ ਦਿੱਤਾ ਜਾਵੇ। ਮਿਣਨ 'ਤੇ ਪੱਗ ਦੋਹਾਂ ਹਿੱਸੇ ਬਿਲਕੁਲ ਬਰਾਬਰ ਨਿਕਲੇ ਤਾਂ ਅਕਬਰ ਨੇ ਦੋਹਾਂ ਨੂੰ ਝਗੜੇ ਵਾਲਾ ਇਲਾਕਾ ਬਰਾਬਰ ਹਿੱਸੇ ਵਿੱਚ ਵੰਡ ਦਿੱਤਾ। ਕੁਝ ਇਤਿਹਾਸਕਾਰ ਮਹੱਤਵ ਰੱਖਣ ਵਾਲੀ ਇਹ ਸਭ ਤੋਂ ਪਹਿਲੀ ਘਟਨਾ ਹੈ। ਘੁਗਿਆਣਾ ਬੀੜ ਦੀ ਥੇਹ ਵਿੱਚੋਂ ਅਕਬਰ ਕਾਲ ਦੇ 2 ਸਿੱਕੇ ਵੀ ਪ੍ਰਾਪਤ ਹੋਏ ਹਨ। ਪ੍ਰਸਿੱਧ ਪੁਰਾਤੱਤਵਵੇਤ ਪ੍ਰੋਫੈਸਰ ਦਵਿੰਦਰ ਹਾਂਡਾ ਮੁਤਾਬਕ ਇਹ ਸਿੱਕੇ ਦਾਮ ਦੇ ਹਨ, ਜਿਸ ਦਾ ਮੁੱਲ
ਅੱਧੇ ਤਿਨਕੇ ਦੇ ਬਰਾਬਰ ਹੁੰਦਾ ਸੀ। ਇਤਫਾਕਨ ਇਹ ਦੋਹਾਂ ਸਿੱਕੇ ਪਾਸਿਓਂ ਕਤਰੇ ਹੋਏ ਹਨ, ਜਿਸ ਕਾਰਨ ਇਹਨਾਂ ਦੇ ਢਾਲਣ ਦਾ ਬਿਲਕੁਲ ਵੀ ਠੀਕ ਵਰ੍ਹਾ ਅਤੇ ਟਕਸਾਲ ਦਾ ਨਾਂ ਪਤਾ ਨਹੀਂ ਲੱਗਦਾ। ਉਪਰੋਕਤ ਦੰਦ ਕਥਾ ਵਿੱਚ ਭੱਲਨ ਅਤੇ ਅਕਬਰ ਰਾਜਕਾਲ ਦੌਰਾਨ ਇਸ ਇਲਾਕੇ ਦੇ ਚੌਧਰੀ ਸੀ। ਉਹ 1643 ਵਿੱਚ ਬੇਔਲਾਦਾ ਮਰ ਗਿਆ। ਉਸ ਦੇ ਮਗਰੋਂ ਚੌਧਰ ਉਸ ਦੇ 16 ਸਾਲ ਭਤੀਜੇ ਕਪੂਰੇ ਨੂੰ ਸੌਂਪੀ ਗਈ, ਜਿਸ ਨੇ 1661 ਈਸਵੀ ਵਿੱਚ ਕੋਟਕਪੂਰਾ ਵਸਾਇਆ। ਇਸ ਸਮੇਂ ਦਿੱਲੀ ਦੇ ਤਖਤ 'ਤੇ ਮੁਗਲ ਬਾਦਸ਼ਾਹ ਔਰੰਗਜ਼ੇਬ ਬਿਰਾਜਮਾਨ ਸੀ, ਕਿਉਂ ਜੋ ਚੌਧਰ ਪ੍ਰਾਪਤ ਕਰਨ ਲਈ ਮੁਗਲ ਦਰਬਾਰ ਦੀ ਵਫ਼ਾਦਾਰੀ ਲਾਜ਼ਮੀ ਸੀ। ਕਪੂਰਾ ਔਰੰਗਜ਼ੇਬ ਦੀ ਵਫ਼ਾਦਾਰੀ ਕਰਦਾ ਸੀ। ਨਤੀਜੇ ਵਜੋਂ ਜਦੋਂ ਦਸੰਬਰ 1705 ਈਸਵੀ ਵਿੱਚ ਚਮਕੌਰ ਸਾਹਿਬ ਦੀ ਲੜਾਈ ਮਗਰੋਂ ਗੁਰੂ ਗੋਬਿੰਦ ਸਿੰਘ ਜੀ ਕੋਟਕਪੂਰੇ ਪਹੁੰਚੇ ਤਾਂ ਕਪੂਰੇ ਨੇ ਉਹਨਾਂ ਦੀ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ। ਦਰਅਸਲ ਬਾਦਸ਼ਾਹ ਔਰੰਗਜ਼ੇਬ 3 ਸਤੰਬਰ 1679 ਈਸਵੀ ਨੂੰ ਦਿੱਲੀ ਤੋਂ ਅਜਿਹਾ ਨਿਕਲਿਆ ਕਿ ਮੁੜ ਕਦੇ ਵਾਪਸ ਨਾ ਆਇਆ। 8 ਸਤੰਬਰ 1681 ਈਸਵੀ ਨੂੰ ਉਹ ਦੂਰ ਦੱਖਣ ਵੱਲ ਕੂਚ ਕਰ ਗਿਆ ਅਤੇ ਅਗਲੇ 26 ਵਰ੍ਹਿਆਂ ਤੱਕ ਉੱਧਰ ਹੀ ਰਿਹਾ ਅਤੇ ਲੜਾਈਆਂ ਕਰਦਾ ਰਿਹਾ ਅਤੇ ਲੜਾਈਆਂ ਵਿੱਚ ਮਸ਼ਰੂਫ ਰਿਹਾ ਅਤੇ 1707 ਈਸਵੀ ਵਿੱਚ ਦੱਖਣ ਤੋਂ ਮੁੜਦੇ ਹੋਏ ਉਸ ਦਾ ਰਾਹ ਵਿੱਚ ਦੇਹਾਂਤ ਹੋ ਗਿਆ। 1708 ਈਸਵੀ ਵਿੱਚ ਕਪੂਰੇ ਨੂੰ 80 ਵਰ੍ਹੇ ਦੀ ਉਮਰ ਵਿੱਚ ਉਸ ਦੇ ਵਿਰੋਧੀ ਗਵਾਂਢੀ ਈਸਾ ਖਾਨ ਨੇ, ਜਿਸ ਨੇ ਕੋਟਕਪੂਰੇ ਤੋਂ 50 ਕਿਲੋਮੀਟਰ ਪੂਰਬ ਵੱਲ ਕੋਟ ਈਸੇ ਖਾਂ ਵਸਾਇਆ ਸੀ, ਨੇ ਕਤਲ ਕਰ ਦਿੱਤਾ। ਕਪੂਰੇ ਦੇ 3 ਪੁੱਤਰ ਸਨ, ਸੁਖੀਆ, ਸੇਮਾ ਅਤੇ ਮੁਖੀਆ। ਪਿਓ ਦੀ ਮੌਤ ਮਗਰੋਂ ਜੇਠਾ ਪੁੱਤਰ ਸੁਖੀਆ ਚੌਧਰੀ ਬਣਿਆ। 1731 ਈਸਵੀ ਵਿੱਚ 50 ਸਾਲ ਦੀ ਉਮਰ ਵਿੱਚ ਵੀ ਉਸ ਦੀ ਮੌਤ ਤੋਂ ਬਾਅਦ ਕੁਝ ਸਮਾਂ ਉਸ ਦੇ ਪੁੱਤਰ ਜੋਧ, ਹਮੀਰ ਅਤੇ ਬੀਰ ਇਕੱਠੇ ਰਹੇ। ਫਿਰ ਪਰਿਵਾਰਕ ਝਗੜਿਆਂ ਮਗਰੋਂ ਸਤਲੁਜ ਪਾਰ ਦੇ ਮੁਖੀਆਂ ਨੇ ਫੈਸਲਾ ਕਰਕੇ ਫਰੀਦਕੋਟ ਅਤੇ ਇਸ ਦੇ ਦੁਆਲੇ ਦਾ ਇਲਾਕਾ ਹਮੀਰ ਨੂੰ, ਕੋਟਕਪੂਰਾ ਜੋਧ ਨੂੰ ਅਤੇ ਮਾੜੀ ਮੁਸਤਫਾ ਫਰੀਦਕੋਟ ਤੋਂ ਜੋ 40 ਕਿਲੋਮੀਟਰ ਦੱਖਣ ਪੂਰਬ ਵੱਲ ਹੈ ਬੀਰ ਨੂੰ ਦੇ ਦਿੱਤਾ। 18ਵੀਂ ਸਦੀ ਦੇ ਮਗਰਲੇ ਅੱਧ ਵਿੱਚ ਪੰਜਾਬ ਦੇ ਮੁਗਲ ਸੱਤਾ ਲਗਭਗ ਖਤਮ ਹੋ ਗਈ। ਉਹਨਾਂ ਦੇ ਨਿਯੁਕਤ ਕੀਤੇ ਅਹੁਦੇਦਾਰ ਆਜ਼ਾਦ ਹਾਕਮ ਬਣ ਗਏ। ਸਿੱਖ ਕਾਲ 1766 ਈਸਵੀ ਵਿੱਚ ਜੋਧ ਨੇ ਕੋਟਕਪੂਰੇ ਵਿਖੇ ਨਵਾਂ ਕਿਲ੍ਹਾ ਉਸਰਵਾ ਦਿੱਤਾ। ਉਸ ਦੀ ਪਟਿਆਲੇ ਦੀ ਹਾਕਮ ਰਾਜਾ ਅਮਰ ਸਿੰਘ ਨਾਲ ਦੁਸ਼ਮਣੀ ਸੀ, ਜਿਸ ਨੇ ਅਗਲੇ ਹੀ ਸਾਲ ਕੋਟਕਪੂਰੇ 'ਤੇ ਹਮਲਾ ਕਰਕੇ ਜੋਧ ਨੂੰ ਮਾਰ ਦਿੱਤਾ। ਉਸ ਦੇ ਵਾਰਸ ਆਪੋ ਵਿੱਚ ਲੜ ਕੇ ਮਰ ਗਏ। ਹਮੀਰ ਨੇ ਵੀ ਫਰੀਦਕੋਟ ਵਿੱਚ ਨਵੇਂ ਕਿਲ੍ਹੇ ਦੀ ਉਸਾਰੀ ਕਰਵਾ ਲਈ ਸੀ, ਪਰ ਉਸ ਦੇ ਵਾਰਸ ਪਰਿਵਾਰਕ ਝਗੜਿਆਂ ਨਾਲ ਤੋਂ ਮੁਕਤ ਨਹੀਂ ਸਨ। ਆਇਨਾ ਏ ਬਰਾੜ ਬੰਸ ਮੁਤਾਬਕ ਹਮੀਰ ਦਾ ਪੋਤਰਾ ਚੜ੍ਹਤ ਸਿੰਘ ਸਿੱਖ ਧਰਮ ਅਪਣਾਉਣ ਵਾਲਾ ਫਰੀਦਕੋਟ ਦਾ ਰਿਆਸਤ ਦਾ ਪਹਿਲਾ ਹਾਕਮ ਸੀ। ਉਸ ਨੇ ਗੁਰੂ ਹਰਸਹਾਏ ਦੀ ਪੋਥੀ ਮਾਲਾ ਗੱਦੀ 'ਤੇ ਬਿਰਾਜਮਾਨ 10ਵੇਂ ਗੁਰੂ ਸਾਹਿਬਾਨ ਰਹੀਸ ਗੁਰੂ ਹਮੀਰ ਸਿੰਘ ਹੱਥੋਂ ਅੰਮ੍ਰਿਤ ਛਕਿਆ। 18ਵੀਂ ਸਦੀ ਦੇ ਅੰਤ ਵਿੱਚ ਸਤਲੁਜ ਪਾਰ ਦੇ ਇਲਾਕਿਆਂ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਤਾਕਤ ਦਾ ਉਦੈ ਹੋਣ ਲੱਗਾ। ਉਸ ਦੀ ਰਾਜਧਾਨੀ ਲਾਹੌਰ ਫਰੀਦਕੋਟ ਤੋਂ ਸਿਰਫ 100 ਕਿਲੋਮੀਟਰ ਉੱਤਰ ਵਿੱਚ ਸਥਿਤ ਸੀ। ਅਕਾ ਖਿਆਨਵਾਨ ਹਾਕਮ ਹੋਣ ਕਾਰਨ ਉਸ ਦੀ ਨਜ਼ਰ ਸਤਲੁਜ ਅਤੇ ਜਮਨਾ ਦਰਿਆ ਵਿਚਾਲੇ ਸਟੇਟਾਂ ਉੱਪਰ ਵੀ ਸੀ। ਪਹਿਲੀ ਵਾਰ ਉਸਨੇ 1806 ਤੋਂ 7 ਦੌਰਾਨ ਦੀ ਸਰਦੀ ਦੌਰਾਨ ਦੀਵਾਨ ਮੋਹਕਮ ਚੰਦ ਦੀ ਅਗਵਾਈ ਵਿੱਚ ਫਰੀਦਕੋਟ 'ਤੇ ਹਮਲੇ ਲਈ ਫੌਜ ਭੇਜੀ। ਇਸ ਸਮੇਂ ਹਮੀਰ ਦੀ ਇੱਕ ਨਾਬਾਲਗ ਵੰਸ਼ਜ ਗੁਲਾਬ ਸਿੰਘ ਨੇ ਆਪਣੇ ਮਾਮੇ ਫੌਜੂ ਸਿੰਘ ਦੀ ਅਗਵਾਈ ਵਿੱਚ ਹਕੂਮਤ ਕਰ ਰਿਹਾ ਸੀ। ਲਾਹੌਰ ਦਰਬਾਰ ਦੇ ਫੌਜੀਆਂ ਨੂੰ ਸਫਲਤਾ ਨਾ ਮਿਲੀ। ਫਿਰ 26 ਸਤੰਬਰ 1808 ਈਸਵੀ ਦੇ ਦਿਨ ਰਣਜੀਤ ਸਿੰਘ ਨੇ ਆਪ ਸਤਲੁਜ ਪਾਰ ਕੀਤਾ ਅਤੇ ਫਰੀਦਕੋਟ ਅਤੇ ਇਸ ਦੇ ਆਲੇ ਦੁਆਲੇ ਦਾ ਇਲਾਕਾ ਜਿੱਤ ਲਿਆ। ਮਾਲਵੇ ਦੇ ਬਾਕੀ ਹਾਕਮ ਵੀ ਇਸ ਘਟਨਾ ਤੋਂ ਘਬਰਾ ਗਏ। ਇਸ ਸਮੇਂ ਤੱਕ ਬ੍ਰਿਟਿਸ਼ ਇੰਡੀਆ ਕੰਪਨੀ ਅਤੇ ਮਰਾਠਾ ਸ਼ਕਤੀ ਨੂੰ ਕੁਚਲ ਕੇ ਪੰਜਾਬ ਅਤੇ ਸਿੰਧ ਨੂੰ ਛੱਡ ਕੇ ਹਿੰਦੁਸਤਾਨ ਦੇ ਬਹੁਤੇ ਇਲਾਕਿਆਂ ਨੂੰ ਆਪਣੇ ਅਧੀਨ ਕਰ ਚੁੱਕੀ ਸੀ। ਹੁਣ ਤੱਕ ਕੰਪਨੀ ਪੰਜਾਬ ਅਤੇ ਸਿੰਧ ਬਾਰੇ ਚੁੱਪ ਸੀ, ਕਿਉਂਕਿ ਉਸ ਨੂੰ ਪਰਸ਼ੀਆ, ਅਫਗਾਨੀਆ, ਸਿੰਧ ਅਤੇ ਪੰਜਾਬ ਤੋਂ ਦੇ ਵਿੱਚੋਂ ਦੀ ਹੋ ਕੇ ਹਿੰਦੁਸਤਾਨ ਤੇ ਰੂਸ ਜਾਂ ਫਰਾਂਸ 'ਤੇ ਹਮਲੇ ਦਾ ਡਰ ਸੀ। ਭਾਵੇਂ ਸਤਲੁਜ ਅਰਾਰ ਅਤੇ ਹਾਕਮਾਂ ਨੂੰ ਵੀ ਪਤਾ ਸੀ ਕਿ ਕੰਪਨੀ ਅਤੇ ਰਣਜੀਤ ਸਿੰਘ ਦੋਹਾਂ ਦੀ ਹੀ ਇਹਨਾਂ ਨਾਲ ਨਿਕਲ ਜਾਣਾ ਚਾਹੁੰਦੇ ਹਨ, ਉਹਨਾਂ ਨੇ ਕੰਪਨੀ ਦੀ ਸ਼ਰਨ ਵਿੱਚ ਜਾਣਾ ਬਿਹਤਰ ਸਮਝਿਆ, ਕਿਉਂਕਿ ਰਣਜੀਤ ਸਿੰਘ ਨੂੰ ਉਹ ਹੈਜਾ ਅਤੇ ਕੰਪਨੀ ਨੂੰ ਮੁਤਾਬਿਕ ਸਮਝਦੇ ਸਨ। ਹੈਜੇ ਨਾਲ ਤੁਰੰਤ ਮੌਤ ਯਕੀਨੀ ਹੈ, ਪਰ ਤਾਬਦਿਕ ਨਾਲ ਮਰੀਜ਼ ਕੁਝ ਸਮਾਂ ਕੱਟ ਕੇ ਮਰਦਾ ਹੈ। ਜਦੋਂ 1808 ਈਸਵੀ ਵਿੱਚ ਨੈਪੋਲੀਅਨ ਨੇ ਸਪੇਨ 'ਤੇ ਹਮਲਾ ਕਰ ਦਿੱਤਾ ਤਾਂ ਕੰਪਨੀ ਸਮਝ ਗਈ ਕਿ ਹੁਣ ਉਹ ਨੇੜੇ ਭਵਿੱਖ ਵਿੱਚ ਹਿੰਦੁਸਤਾਨ 'ਤੇ ਹਮਲਾ ਨਹੀਂ ਕਰੇਗੀ। ਇਸ ਲਈ ਕੰਪਨੀ ਨੇ ਰਣਜੀਤ ਸਿੰਘ ਨੂੰ ਇਹ ਸਮਝੌਤਾ ਕਰਨ ਲਈ ਮਜਬੂਰ ਕਰ ਦਿੱਤਾ ਉਹ ਸਤਲੁਜ ਅਰਾਰ ਦੇ ਸਾਰੇ ਇਲਾਕਿਆਂ 'ਤੇ ਆਪਣਾ ਕਬਜ਼ਾ ਛੱਡ ਦੇਵੇ। ਫਰੀਦਕੋਟ ਦੇ ਇਲਾਕੇ ਦਾ ਕਬਜ਼ਾ ਰਣਜੀਤ ਸਿੰਘ ਨੇ
ਸਭ ਨਾਲੋਂ ਵੱਧ ਬੇਦਿਲੀ ਨਾਲ ਛੱਡਿਆ। 3 ਅਪ੍ਰੈਲ 1809 ਨੂੰ ਫਰੀਦਕੋਟ ਗੁਲਾਬ ਸਿੰਘ ਨੂੰ ਮੋੜ ਦਿੱਤਾ ਗਿਆ। ਇਸ ਦੇ ਬਾਅਦ ਈਸਟ ਇੰਡੀਆ ਕੰਪਨੀ ਨੇ ਫਰੀਦਕੋਟ ਦੇ ਇਲਾਕੇ ਨੂੰ ਭੁਲਾ ਦਿੱਤਾ, ਕਿਉਂਕਿ ਜ਼ਮੀਨ ਬਹੁਤ ਉਪਜਾਊ ਨਾ ਹੋਣ ਕਰਕੇ ਆਰਥਿਕ ਪੱਖੋਂ ਇਸ ਦਾ ਕੋਈ ਬਹੁਤਾ ਮਹੱਤਵ ਨਹੀਂ ਸੀ। ਫਸਲ ਚੰਗੀ ਹੋ ਜਾਣ ਦੀ ਸੂਰਤ ਵਿੱਚ ਵੀ ਇਸ ਦਾ ਸਾਲਾਨਾ ਮਾਲੀਆ 12,000 ਤੋਂ 14,000 ਰੁਪਏ ਤੱਕ ਹੀ ਸੀ। 5 ਨਵੰਬਰ 1826 ਨੂੰ ਗੁਲਾਬ ਸਿੰਘ ਦਾ ਸ਼ਹਿਰ ਦੇ ਬਾਹਰ ਕਿਸੇ ਨੇ ਕਤਲ ਕਰ ਦਿੱਤਾ। ਉਸ ਦੇ 4 ਸਾਲ ਮੁੰਡੇ ਉੱਤਰ ਸਿੰਘ ਨੂੰ ਮੁਖੀਆ ਥਾਪਿਆ ਗਿਆ। ਅਗਲੇ ਹੀ ਸਾਲ ਉਹ ਵੀ ਮਰ ਗਿਆ ਤੇ ਗੁਲਾਬ ਸਿੰਘ ਦਾ ਭਰਾ ਪਹਾੜਾ ਸਿੰਘ ਮੁਖੀਆ ਬਣਿਆ। ਰਾਜਾ ਪਹਾੜ ਸਿੰਘ ਨੂੰ ਈਸਟ ਇੰਡੀਆ ਕੰਪਨੀ ਵੱਲੋਂ ਰਾਜ ਖਿਤਾਬ ਅਦਾ ਕਰਨ ਦਾ ਸੱਦਣ, ਜੋ ਕਿ ਉਰਦੂ ਵਿੱਚ ਲਿਖਤ ਹੈ, ਆਪ ਨਾਲ ਫੋਟੋ ਸਾਂਝੀ ਕਰ ਰਹੇ ਹਾਂ। ਰਿਆਸਤ ਫਰੀਦਕੋਟ ਦੇ ਵਿੱਚ ਪਹਿਲੇ ਰਾਜਿਆਂ ਦੀ ਵੰਸ਼ਾਵਲੀ ਜੋ ਇੱਕ ਡਾਇਗਰਾਮ ਦੇ ਵਿੱਚ ਹੈ, ਤੁਹਾਨੂੰ ਮੈਂ ਇਸ ਫੋਟੋ ਰਾਹੀਂ ਦਿਖਾ ਰਿਹਾ ਹਾਂ। ਤੁਸੀਂ ਇਸ ਨੂੰ ਦੇਖ ਸਕਦੇ ਹੋ ਕਿਸ ਤਰ੍ਹਾਂ ਰਾਜਿਆਂ ਦੀ ਵੰਸ਼ਾਵਲੀ ਬਣੀ। ਰਾਜਾ ਪਹਾੜ ਸਿੰਘ ਜਿਸ ਨੇ 1827 ਦੇ ਨੇੜੇ ਤੇੜੇ ਸੱਤਾ ਸੰਭਾਲੀ, ਵਹਾਰਕ ਬੁੱਧੀ ਵਾਲਾ ਸ਼ਖਸ ਸੀ। ਜਿਵੇਂ ਕਿ ਪਹਿਲਾਂ ਹੀ ਲਿਖਿਆ ਜਾ ਚੁੱਕਾ ਹੈ, ਉਸ ਦੇ ਇਲਾਕੇ ਦੀ ਜ਼ਮੀਨ ਰੇਤਲੀ ਸੀ, ਜਿਸ ਵਿੱਚ ਸਿਰਫ ਜਵਾਰ, ਬਾਜਰਾ ਜਾਂ ਛੱਲੇ ਵਰਗੀਆਂ ਫਸਲਾਂ ਹੀ ਉਗਦੀਆਂ ਸਨ। ਹੋਰ ਫਸਲਾਂ ਲਈ ਪਾਣੀ ਲੋੜੀਂਦਾ ਸੀ। ਪਹਾੜ ਸਿੰਘ ਨੇ ਅਨੇਕਾਂ ਖੂਹ ਲੁਆਏ ਅਤੇ ਕਾਸ਼ਤਕਾਰਾਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕੀਤਾ। ਨਤੀਜੇ ਵਜੋਂ ਕਈ ਥਾਵਾਂ 'ਤੇ ਕਣਕ ਦੀ ਖੇਤੀ ਵੀ ਸ਼ੁਰੂ ਹੋ ਗਈ। ਅਗਲੇ 20 ਸਾਲਾਂ ਵਿੱਚ ਉਸ ਦਾ ਮਾਲੀਆ ਦੁੱਗਣਾ ਹੋ ਗਿਆ। ਇਸ ਦੇ ਸਮੇਂ ਤੀਕ ਕੋਟਕਪੂਰਾ ਉਸ ਦੇ ਅਧੀਨ ਨਹੀਂ ਸੀ, ਪਰ ਇਸ 'ਤੇ ਕਬਜ਼ਾ ਕਰਨ ਦੀ ਉਸ ਦੀ ਤੀਬਰ ਇੱਛਾ ਸੀ, ਕਿਉਂਕਿ ਪਹਿਲੇ ਹੀ ਫਰੀਦਕੋਟ ਦੇ ਮੁਖੀਆਂ ਅਧੀਨ ਰਹਿ ਚੁੱਕਿਆ ਸੀ। ਪਹਿਲੇ ਅੰਗਰੇਜ਼ ਸਿੱਖ ਯੁੱਧ ਦੇ ਨੂੰ ਪਹਾੜ ਸਿੰਘ ਨੂੰ ਇਹ ਮੌਕਾ ਪ੍ਰਦਾਨ ਕਰ ਦਿੱਤਾ। ਜਦੋਂ 1845 ਵਿੱਚ ਇਹ ਜੰਗ ਛਿੜੀ ਤਾਂ ਸਤਲੁਜ ਉਰਾਰ ਦੇ ਕਈ ਮੁਖੀਆਂ ਦੀ ਹਮਦਰਦੀ ਅੰਗਰੇਜ਼ਾਂ ਨਾਲ ਨਹੀਂ ਸੀ, ਜਾਂ ਉਹ ਇਹਨਾਂ ਦੇ ਵਿਰੁੱਧ ਸਨ। ਅਜਿਹੇ ਸੰਕਟ ਦੇ ਮੌਕੇ 'ਤੇ ਪਹਾੜ ਸਿੰਘ ਨੇ ਹਰ ਤਰ੍ਹਾਂ ਮਦਦ ਕਰਕੇ ਅੰਗਰੇਜ਼ਾਂ ਦੀ ਕਿਰਪਾ ਪਾਤਰਤਾ ਜਿੱਤ ਲਈ। ਜਿੱਤ ਦੇ ਮਗਰੋਂ ਕੰਪਨੀ ਹਕੂਮਤ ਨੇ ਉਸ ਨੂੰ ਕੋਟਕਪੂਰੇ ਦਾ ਇਲਾਕਾ ਅਤੇ ਨਾਭਾ ਰਿਆਸਤ ਦੇ ਕੁਝ ਇਲਾਕੇ ਵੀ ਦੇ ਦਿੱਤੇ। 24 ਮਾਰਚ 1846 ਨੂੰ ਇੱਕ ਦਿਨ ਸਦਨ ਜਾਰੀ ਕਰਕੇ ਪਹਾੜ ਸਿੰਘ ਨੂੰ ਰਾਜਾ ਦੇ ਖਿਤਾਬ ਵੀ ਦੇ ਦਿੱਤਾ। 19ਵੀਂ ਸਦੀ ਵਿੱਚ ਰਚੀ ਪੰਜਾਬੀ ਕਵੀ ਸ਼ਾਹ ਮੁਹੰਮਦ ਜੀ ਦੇ ਵਾਰ ਜੰਗਨਾਮਾ ਦੀ ਇੱਕ ਪੰਕਤੀ ਪਹਾੜਾ ਸਿੰਘ ਜੀ ਯਾਰ ਫਰੰਗੀਆਂ ਦਾ ਕਾਰਨ ਪਹਾੜਾ ਸਿੰਘ ਪੰਜਾਬੀਆਂ ਦੀ ਨਿਗਾਹ ਵਿੱਚ ਸਦਾ ਲਈ ਡਿੱਗ ਗਿਆ। ਪਰ ਇਹ ਸਾਰਾ ਮਾਮਲਾ ਨਜ਼ਰਸਾਨੀ ਦੀ ਮੰਗ ਕਰਦਾ ਹੈ। ਜਿਵੇਂ ਕਿ ਅਸੀਂ ਪਹਿਲਾਂ ਹੀ ਵੇਖ ਚੁੱਕੇ ਹਾਂ ਕਿ ਫਰੀਦਕੋਟ ਰਿਆਸਤ ਦੀ ਹੋਂਦ ਹੀ ਬ੍ਰਿਟਿਸ਼ ਕੰਪਨੀ ਦੀ ਕਿਰਪਾ ਨਾਲ ਬਚੀ ਸੀ। ਜੇਕਰ 1809 ਵਿੱਚ ਕੰਪਨੀ ਪਹਾੜ ਸਿੰਘ ਦਾ ਭਰਾ ਗੁਲਾਬ ਸਿੰਘ ਦਾ ਇਲਾਕਾ ਮੋੜਨ ਲਈ ਰਣਜੀਤ ਸਿੰਘ 'ਤੇ ਦਬਾਅ ਨਾ ਪਾਉਂਦੀ ਤਾਂ ਇਸ ਰਿਆਸਤ ਦੀ ਹੋਂਦ ਜਨਮ ਤੋਂ ਪਹਿਲਾਂ ਹੀ ਖਤਮ ਹੋ ਜਾਣੀ ਸੀ। ਪਹਾੜ ਸਿੰਘ ਦੀ ਥਾਂ 'ਤੇ ਭਾਵੇਂ ਕੋਈ ਹੋਰ ਹਾਕਮ ਵੀ ਹੁੰਦਾ ਤਾਂ ਉਸਨੇ ਬ੍ਰਿਟਿਸ਼ ਕੰਪਨੀ ਦਾ ਵਿਰੋਧ ਕਰਕੇ ਇੱਕ ਤਰ੍ਹਾਂ ਨਾਲ ਖੁਦਕੁਸ਼ੀ ਨਹੀਂ ਸੀ ਕਰਨੀ। ਦਰਅਸਲ ਉਸ ਸਮੇਂ ਹਾਲਾਤ ਨੂੰ ਨਾ ਤਾਂ ਲਾਹੌਰ ਦਰਬਾਰ ਉਸ ਨਜ਼ਰੀਏ ਨਾਲ ਵੇਖਦਾ ਸੀ ਅਤੇ ਨਾ ਹੀ ਪਹਾੜਾ ਸਿੰਘ ਜਿਵੇਂ ਕਿ ਪੰਜਾਬੀ ਅੱਜ ਵੇਖਦੇ ਹਨ। ਅੱਜ ਸਿੱਖ ਜਗਤ ਰਣਜੀਤ ਸਿੰਘ ਨੂੰ ਪੰਜਾਬ ਦਾ ਮਹਾਤਮ ਸਿੱਖ ਹਾਕਮ ਗਿਣਦੇ ਹਨ ਅਤੇ ਉਸ ਦੇ ਨਾਂ ਨਾਲ ਸਤਿਕਾਰ ਵਜੋਂ ਮਹਾਰਾਜਾ ਲਾਉਂਦੇ ਹਨ। ਪਰ ਉਸ ਸਮੇਂ ਰਣਜੀਤ ਸਿੰਘ ਸਤਲੁਜ ਉਰਾਰ ਦੇ ਹਾਕਮਾਂ ਲਈ ਤਾਂ ਹਊਆ ਸੀ। ਸਿਰਫ ਇੱਕੋ ਧਰਮ ਦੇ ਹੋਣ ਨਾਲ ਵੱਖ-ਵੱਖ ਧਿਰਾਂ ਦੇ ਸਿਰਾਂ ਹਿੱਤ ਸਾਂਝੇ ਨਹੀਂ ਹੋ ਜਾਂਦੇ। ਸਾਰੇ ਇਤਿਹਾਸ ਵਿੱਚ ਕਿਸੇ ਵੀ ਤਾਕਤਵਰ ਹਾਕਮ ਨੇ ਨਾਲ ਦੇ ਸਹਿ ਧਰਮੀ ਹਾਕਮ 'ਤੇ ਹਮਲਾ ਕਰਨ ਵਿੱਚ ਕਦੇ ਗੁਰੇਜ਼ ਨਹੀਂ ਕੀਤਾ। ਕੁਦਰਤੀ ਤੌਰ 'ਤੇ ਮਾਲਵੇ ਦਾ ਸਾਰਾ ਹਾਕਮਾਂ ਨੇ ਉਹ ਕੁਝ ਕੀਤਾ ਜਿਸ ਵਿੱਚ ਉਹਨਾਂ ਨੂੰ ਆਪਣੇ ਵਿਅਕਤੀਗਤ ਹਿੱਤ ਸੁਰੱਖਿਅਤ ਲੱਗਿਆ। ਪਹਾੜ ਸਿੰਘ ਨੇ ਆਪਣੀ ਵਿਹਾਰਕ ਸਮਝਦਾਰੀ ਵਰਤ ਕੇ ਇੱਕੋ ਝਟਕੇ ਵਿੱਚ ਆਪਣਾ ਇਲਾਕਾ ਦੁੱਗਣਾ ਕਰ ਲਿਆ। ਉਸ ਨੂੰ ਫਰੀਦਕੋਟ ਦੇ ਰਿਆਸਤ ਦਾ ਅਸਲ ਸੰਸਥਾਪਕ ਮੰਨਿਆ ਜਾ ਸਕਦਾ ਹੈ, ਜਿਸ ਨੇ ਇਸ ਇਲਾਕੇ ਨੂੰ ਸਥਾਈ ਹਕੂਮਤ, ਸ਼ਾਂਤੀ ਅਤੇ ਉੱਨਤੀ ਦੀ ਇੱਕ ਪੂਰੀ ਸਦੀ ਪ੍ਰਦਾਨ ਕੀਤੀ। ਪਹਾੜ ਸਿੰਘ ਨੇ ਬ੍ਰਿਟਿਸ਼ ਪੋਲੀਟੀਕਲ ਏਜੰਟ ਦੇ ਸਲਾਹ ਮਸ਼ਵਰੇ ਨਾਲ ਆਪਣੀ ਰਿਆਸਤ ਦਾ ਪੁਨਰ ਗਠਨ ਕੀਤਾ। ਪਹਾੜ ਸਿੰਘ ਦੀ ਮੌਤ ਅਪ੍ਰੈਲ 1849 ਵਿੱਚ ਹੋ ਗਈ ਤਾਂ ਉਸ ਦੀ ਪਹਿਲੀ ਪਤਨੀ ਚੰਦ ਕੌਰ ਦੀ ਕੁੱਖੋਂ ਪੈਦਾ ਹੋਏ ਇਕਲੌਤਾ ਪੁੱਤਰ ਵਜੀਰ ਸਿੰਘ ਗੱਦੀ ਉੱਤੇ ਜਾ ਬੈਠਾ। ਰਾਜਾ ਵਜੀਰ ਸਿੰਘ ਨੇ ਗੱਦੀ ਸੰਭਾਲਣ ਮਗਰੋਂ ਆਪਣਾ ਮਾਲੀਆ ਪ੍ਰਬੰਧ ਨਿਭਾਇਆ, ਕਿਉਂਕਿ ਰਾਜਸ਼ਾਹੀ ਵਿੱਚ ਸਿੰਘਾਸਨ 'ਤੇ ਪੈਰ ਇਸੇ 'ਤੇ ਟਿਕੇ ਹੁੰਦੇ ਹਨ। ਕਈ ਪਿੰਡਾਂ ਵਿੱਚ ਉਸਨੇ ਮਾਲੀਆ ਫਸਲ ਵੰਡ ਦੀ ਬਜਾਏ ਨਗਦ ਵਸੂਲਣਾ ਸ਼ੁਰੂ ਕਰ ਦਿੱਤਾ।
1856 ਵਿੱਚ ਉਸਨੇ ਲਿਖਤੀ ਸ਼ਿਕਾਇਤ ਕਰਨ ਦੀ ਨਵੀਂ ਪ੍ਰਣਾਲੀ ਸ਼ੁਰੂ ਕੀਤੀ, ਜਿਸ ਵਿੱਚ ਅਦਾਲਤੀ ਫੀਸ ਕੇਸ ਦੀ ਰਕਮ ਦਾ 7.5% ਸੀ। 1870 ਵਿੱਚ ਇਹ ਫੀਸ ਦਰ ਵੱਧ ਕੇ 10% ਕਰ ਦਿੱਤੀ ਗਈ। ਅਜਿਹੇ ਕਦਮਾਂ ਨਾਲ ਉਸਨੇ ਆਪਣਾ ਖਜ਼ਾਨਾ ਭਰਪੂਰ ਕਰ ਲਿਆ। ਇਸ ਤੋਂ ਪਹਿਲਾਂ ਰਿਆਸਤਾਂ ਦਾ ਖਜ਼ਾਨਾ ਸ਼ਹਿਰ ਦੇ ਬਾਣੀਏ ਅਤੇ ਭਾਂਬੜੇ ਦੁਕਾਨਦਾਰਾਂ ਕੋਲ ਰੱਖਿਆ ਜਾਂਦਾ ਸੀ। ਵਜ਼ੀਰ ਸਿੰਘ ਨੇ ਹੁਕਮ ਦਿੱਤਾ ਕਿ ਭਵਿੱਖ ਵਿੱਚ ਸ਼ਾਹੀ ਖਜ਼ਾਨਾ ਕਿਲ੍ਹੇ ਵਿੱਚ ਹੀ ਸੁਰੱਖਿਅਤ ਥਾਂ 'ਤੇ ਰੱਖਿਆ ਜਾਵੇ। ਕੁਝ ਯੂਰਪੀ ਅਫਸਰਾਂ ਦੀ ਮਦਦ ਨਾਲ ਉਸਨੇ ਆਪਣੀ ਫੌਜ ਵੀ ਬ੍ਰਿਟਿਸ਼ ਲੀਹਾਂ 'ਤੇ ਸੰਗਠਿਤ ਕਰ ਲਈ। 1857 ਦੇ ਉੱਤਰ ਭਾਰਤ ਵਿੱਚ ਹੋਏ ਸੈਨਿਕ ਵਿਦਰੋਹ ਹੋਰ ਸਥਾਨਿਕ ਰਾਜਿਆਂ ਦੇ ਵਾਂਗੂ ਵਜ਼ੀਰ ਸਿੰਘ ਨੇ ਵੀ ਬ੍ਰਿਟਿਸ਼ ਹਕੂਮਤ ਦਾ ਸਾਥ ਦਿੱਤਾ। ਇਸ ਮਦਦ ਬਦਲੇ ਉਸਨੂੰ ਹਿਜ ਹਾਈਨਸ ਬਰਾੜ ਬੰਸ ਰਾਜਾ ਸਾਹਿਬ ਬਹਾਦਰ ਦਾ ਖਿਤਾਬ, 11 ਵਸਤਰਾਂ ਦੀ ਖਿਆਲਤ ਅਤੇ 11 ਤੋਪਾਂ ਦੀ ਸਲਾਮੀ ਦਾ ਹੱਕ ਦਿੱਤਾ ਗਿਆ। ਇਹ ਸਭ ਤੋਂ ਉੱਪਰ 11 ਮਾਰਚ 1862 ਦੀ ਇੱਕ ਸਨਦ ਰਾਹੀਂ ਰਾਜਾ ਦੀ ਕੁਦਰਤੀ ਵਾਰਸ ਨਾ ਹੋਣ ਦੀ ਸੂਰਤ ਵਿੱਚ ਉਸਨੂੰ ਪੁੱਤਰ ਗੋਦ ਲੈਣ ਦੀ ਅਧਿਕਾਰ ਵੀ ਮਿਲ ਗਿਆ। ਚੌਥੀ ਸਦੀ ਹਕੂਮਤ ਕਰਨ ਬਾਅਦ ਵਜ਼ੀਰ ਸਿੰਘ ਹਰਿਦੁਆਰ, ਇਲਾਹਾਬਾਦ, ਬਨਾਰਸ, ਗਯਾ, ਜਗਨਨਾਥ, ਕੋਲਕਾਤਾ ਦੀ ਤੀਰਥ ਯਾਤਰਾ ਤੋਂ ਮੁੜਦਾ ਹੋਇਆ 11 ਵਿਸਾਖ 1931 ਨੂੰ 22 ਅਪ੍ਰੈਲ 1874 ਦੇ ਦਿਨ ਕੁਰੂਕਸ਼ੇਤਰ ਦੇ ਨੇੜੇ ਥਾਨੇਸਰ ਵਿਖੇ ਫੌਤ ਹੋ ਗਿਆ। ਉਸ ਥਾਂ 'ਤੇ ਅੱਜ ਵੀ ਉਸਦੀ ਖੂਬਸੂਰਤ ਸਮਾਧ ਮੌਜੂਦ ਹੈ। ਵਜ਼ੀਰ ਸਿੰਘ ਦੀ ਮ੍ਰਿਤੂ ਦੇ ਬਾਅਦ ਉਸਦੀ ਪਤਨੀ ਇੰਦਰ ਕੌਰ, ਸਪੁੱਤਰੀ ਸਰਦਾਰ ਸ਼ਾਮ ਸਿੰਘ ਮਾਨ ਮਾਨਸਾ ਦੀ ਕੁੱਖੋਂ ਪੁੱਤਰ ਬਿਕਰਮ ਨੇ ਜਨਮ ਲਿਆ, ਜੋ 32 ਸਾਲ ਦੀ ਉਮਰ ਵਿੱਚ ਗੱਦੀ 'ਤੇ ਜਾ ਬੈਠਾ। ਰਾਜਾ ਬਿਕਰਮ ਸਿੰਘ ਦੇ 24 ਸਦੀ ਦੇ ਕਾਰਜਕਾਲ ਦੌਰਾਨ ਫਰੀਦਕੋਟ ਰਿਆਸਤ ਨੇ ਨਵੀਆਂ ਪੁਲਾਂਘਾਂ ਪੁੱਟੀਆਂ। ਕੁਝ ਰਿਟਾਇਰਡ ਬ੍ਰਿਟਿਸ਼ ਅਫਸਰਾਂ ਦੀ ਸਹਾਇਤਾ ਨਾਲ ਉਸਨੇ ਆਪਣੇ ਦਰਬਾਰ ਦੇ ਦਫ਼ਤਰਾਂ ਦਾ ਆਧੁਨਿਕੀਕਰਨ ਕੀਤਾ ਅਤੇ ਰਿਆਸਤਾਂ ਲਈ ਬ੍ਰਿਟਿਸ਼ ਕਾਨੂੰਨ ਅਪਣਾ ਲਿਆ। 1879 ਵਿੱਚ ਨਸ਼ਿਆਂ 'ਤੇ ਪਾਬੰਦੀ ਲਾ ਦਿੱਤੀ ਗਈ ਅਤੇ ਘਰੇ ਸ਼ਰਾਬ ਕੱਢਣ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਗਿਆ। ਉਸਨੇ ਆਬਕਾਰੀ ਵਿਭਾਗ ਸਥਾਪਿਤ ਕਰਕੇ ਸਟੇਟ ਡਿਸਟਿਲਰੀ ਸਥਾਪਿਤ ਕਰ ਦਿੱਤੀ। ਉਸਨੇ 1881 ਵਿੱਚ ਸਾਰੀਆਂ ਰਸੀਦਾਂ 'ਤੇ ਰਸੀਦੀ ਟਿਕਟਾਂ ਲਾਉਣਾ ਜ਼ਰੂਰੀ ਕਰ ਦਿੱਤਾ। ਫੌਜ ਦੀ ਗਿਣਤੀ ਦੁੱਗਣੀ ਕਰ ਦਿੱਤੀ ਅਤੇ ਨਿਯਮਤ ਪੁਲਿਸ ਦਾ ਵੀ ਸੰਗਠਨ ਕੀਤਾ। 1884 ਵਿੱਚ ਉੱਤਰ ਪੱਛਮੀ ਰੇਲਵੇ ਨੇ ਮੀਟਰ ਰੇਂਜ ਲਾਈਨ ਵਿਛਾ ਕੇ ਫਰੀਦਕੋਟ ਅਤੇ ਕੋਟਕਪੂਰੇ ਨੂੰ ਇੱਕ ਪਾਸੇ ਲਾਹੌਰ ਅਤੇ ਦੂਜੇ ਪਾਸੇ ਬਠਿੰਡੇ ਨਾਲ ਜੋੜ ਦਿੱਤਾ। ਕੋਟਕਪੂਰੇ ਤੋਂ ਇਲਾਵਾ ਰੇਲਵੇ ਲਾਈਨ ਮੁਕਤਸਰ ਫਾਜ਼ਿਲਕਿਆਂ ਵੱਲ ਕੱਢ ਦਿੱਤੀ। ਰੇਲਵੇ ਦੇ ਆਉਣ ਨਾਲ ਇਹ ਰਿਆਸਤ ਆਰਥਿਕ ਤੌਰ 'ਤੇ ਬਾਕੀ ਦੇ ਮੁਲਕਾਂ ਨਾਲ ਜੁੜ ਗਈ। ਇੱਥੋਂ ਅਨਾਜ ਬਾਹਰ ਭੇਜਿਆ ਜਾਣਾ ਸ਼ੁਰੂ ਹੋ ਗਿਆ, ਜਿਸ ਨਾਲ ਵਪਾਰ ਨੂੰ ਵੀ ਕਾਫੀ ਤਰੱਕੀ ਮਿਲੀ। ਇੰਨਾ ਹੀ ਮਹੱਤਵਪੂਰਨ ਕੰਮ ਸੀ 1885 ਵਿੱਚ ਸਰਹੰਦ ਨਹਿਰ ਦੀ ਅਬੋਹਰ ਬ੍ਰਾਂਚ ਦਾ ਰਿਆਸਤ ਵਿੱਚ ਲੰਘਣਾ। ਇਹ ਬ੍ਰਾਂਚ ਦਾ 24 ਕਿਲੋਮੀਟਰ ਦਾ ਹਿੱਸਾ ਫਰੀਦਕੋਟ ਰਿਆਸਤ ਵਿੱਚ ਹੀ ਵਗਦਾ ਸੀ, ਜੋ ਖੇਤੀ ਲਈ ਬਹੁਤ ਲਾਭਦਾਇਕ ਸਿੱਧ ਹੋਇਆ। ਫਸਲ ਵਧੇਰੇ ਹੋਣ ਲੱਗੀ, ਨਵੀਆਂ ਫਸਲਾਂ ਬੀਜੀਆਂ ਜਾਣ ਲੱਗੀਆਂ। ਫਰੀਦਕੋਟ ਅਤੇ ਕੋਟਕਪੂਰੇ ਵਿਖੇ ਅਨਾਜ ਮੰਡੀਆਂ ਦੀ ਉਸਾਰੀ ਕੀਤੀ ਗਈ। ਰਾਜੇ ਨੇ ਰਿਆਸਤ ਤੋਂ ਬਾਹਰ ਦੇ ਦੁਕਾਨਦਾਰਾਂ ਅਤੇ ਵਪਾਰੀਆਂ ਨੂੰ ਇਹਨਾਂ ਮੰਡੀਆਂ ਵਿੱਚ ਵਸਣ ਲਈ ਪ੍ਰੇਰਿਤ ਕੀਤਾ ਅਤੇ ਉਹਨਾਂ ਨੂੰ 9 ਗੁਣੀ ਕੀਮਤ 'ਤੇ ਜ਼ਮੀਨ ਦਿੱਤੀ। ਚੁੰਗੀ ਖਤਮ ਕਰ ਦਿੱਤੀ। ਰਿਆਸਤ ਵਿੱਚ ਡਾਕ ਅਤੇ ਬੈਂਕ ਸੇਵਾ ਸ਼ੁਰੂ ਕੀਤੀ ਗਈ। ਡਾਕ ਲਈ 1887 ਵਿੱਚ ਬ੍ਰਿਟਿਸ਼ ਟਿਕਟਾਂ ਨੂੰ ਹੀ ਮਾਨਤਾ ਦਿੱਤੀ ਗਈ। ਬ੍ਰਿਟਿਸ਼ ਪ੍ਰਣਾਲੀ ਮੁਤਾਬਕ ਜ਼ਮੀਨੀ ਅਤੇ ਮਿਣਤੀ ਕਾਰਵਾਈ ਅਤੇ 1899 ਵਿੱਚ ਨਵੇਂ ਸਿਰਿਓਂ ਮਾਲੀਆ ਨਿਰਧਾਰਤ ਕੀਤਾ। ਸਾਰੇ ਵਹੀਕਲਾਂ ਨੂੰ ਮਾਲਕਾਂ ਅਦਨਾ ਅਤੇ ਕਰਾਰ ਦੇ ਕੇ ਰਾਜਾਂ ਨੇ ਰਿਆਸਤ ਦੇ ਸਾਰੇ ਵਹੀਯੋਗ ਜ਼ਮੀਨੀ ਅਤੇ ਆਪਣੀ ਮਾਲਕੀ ਦਾ ਐਲਾਨ ਕਰ ਦਿੱਤਾ। ਪਿੰਡਾਂ ਨੂੰ ਛੱਡ ਕੇ ਬਾਕੀ ਸਾਰਿਆਂ ਨੇ ਮਾਲੀਆ ਨਗਦ ਅਦਾ ਕਰਨਾ ਜ਼ਰੂਰੀ ਹੋ ਗਿਆ। ਵਿਰਾਸਤ ਦੇ ਨਵੇਂ ਕਾਨੂੰਨ ਬਣਾ ਕੇ ਇਸ 'ਤੇ ਫੀਸ ਤੈਅ ਕਰ ਦਿੱਤੀ ਗਈ। ਇਹਨਾਂ ਸਾਰੇ ਕਦਮਾਂ ਦੇ ਨਤੀਜੇ ਵਜੋਂ ਰਿਆਸਤ ਦੀ ਆਮਦਨ 90,000 ਰੁਪਏ ਵੱਧ ਗਈ। ਤਵਾਰੀਖ ਗੁਰੂ ਖਾਲਸਾ ਦੀ ਲੇਖਕ ਮੁਤਾਬਕ ਰਾਜੇ ਕੋਲ ਕੁੱਲ 1 ਕਰੋੜ ਰੁਪਏ ਜਮ੍ਹਾਂ ਹੋ ਗਿਆ। ਬਿਕਰਮ ਸਿੰਘ ਨੇ ਕੁਝ ਕੰਮ ਲੋਕ ਭਲਾਈ ਦੇ ਵੀ ਕੀਤੇ। 1875 ਵਿੱਚ ਉਸਨੇ ਫਰੀਦਕੋਟ ਵਿਖੇ ਸਕੂਲ ਅਤੇ ਖੈਰਾਤੀ ਹਸਪਤਾਲ ਖੋਲ੍ਹਿਆ। 1886 ਵਿੱਚ ਮੁਸਾਫਰਾਂ ਲਈ ਧਰਮਸ਼ਾਲਾ ਅਤੇ ਰੈਸਟ ਹਾਊਸ ਦੀ ਉਸਾਰੀ ਕਰਵਾਈ ਗਈ। ਸੰਸਕ੍ਰਿਤੀ ਪਾਠਸ਼ਾਲਾ ਵਿੱਚ ਵਿਦਿਆਰਥੀਆਂ ਲਈ ਮੁਫਤ ਪੜ੍ਹਾਈ ਭੋਜਨ ਦਾ ਪ੍ਰਬੰਧ ਵੀ ਕੀਤਾ ਗਿਆ। ਪੰਜਾਬ ਯੂਨੀਵਰਸਿਟੀ ਲਾਹੌਰ ਦੀ ਚੋਖੀ ਆਰਥਿਕ ਮਦਦ ਕੀਤੀ ਗਈ, ਇਸ ਕਰਕੇ ਉਸ ਨੂੰ ਯੂਨੀਵਰਸਿਟੀ ਦਾ ਫੈਲੋ ਨਿਯੁਕਤ ਕੀਤਾ ਗਿਆ। ਬਿਕਰਮ ਸਿੰਘ ਨੇ ਸਿੱਖ ਧਰਮ ਲਈ ਵੀ ਕਾਫੀ ਜੋਸ਼ ਵਿਖਾਇਆ। ਉਹ ਅੰਮ੍ਰਿਤਸਰ ਸਿੱਖ ਸਭਾ ਦਾ ਪ੍ਰਮੁੱਖ ਸਰਪ੍ਰਸਤ ਸੀ।
ਕਈ ਸੰਤਾਂ ਤੇ ਵਿਦਵਾਨਾਂ ਦੀ ਮਦਦ ਨਾਲ ਉਸਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਮਾਣਿਕ ਟੀਕਾ ਤਿਆਰ ਕਰਵਾਇਆ। ਫਰੀਦਕੋਟੀ ਟੀਕਾ ਨਾਂ ਨਾਲ ਪ੍ਰਸਿੱਧ ਇਹ ਵਿਆਖਿਆ ਇਸ ਦਿਸ਼ਾ ਵਿੱਚ ਪਹਿਲਾ ਯਤਨ ਸੀ। ਇਸ ਕੰਮ ਵਿੱਚ 20 ਸਾਲ ਲੱਗੇ ਅਤੇ ਰਿਆਸਤ ਦਾ ਲੱਖਾਂ ਰੁਪਇਆ ਖਰਚ ਆਇਆ। ਰਾਜਾ ਨੇ ਰਿਆਸਤ ਵਿੱਚ ਅਤੇ ਇਸ ਤੋਂ ਬਾਹਰ ਕਈ ਗੁਰਦੁਆਰੇ ਉਸਰਵਾਏ। ਜਦ 1880 ਵਿੱਚ ਵਿਆਹ ਵਿੱਚ ਮੁਲਕ ਵਿੱਚ ਬਿਜਲੀ ਆ ਗਈ ਤਾਂ ਰਾਜੇ ਨੇ 25,000 ਰੁਪਏ ਖਰਚ ਕਰਕੇ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਬਿਜਲੀ ਫਿੱਟ ਕਰਵਾਈ। ਦਰਬਾਰ ਸਾਹਿਬ ਨੂੰ ਪਹਿਲੀ ਵਾਰ ਮਹਾਰਾਣੀ ਵਿਕਟੋਰੀਆ ਦੀ ਜੁਬਲੀ ਦੇ ਮੌਕੇ 'ਤੇ ਬਿਜਲੀ ਨਾਲ ਪ੍ਰਕਾਸ਼ਮਾਨ ਕੀਤਾ ਗਿਆ। 75,000 ਰੁਪਏ ਦੀ ਲਾਗਤ ਨਾਲ ਦਰਬਾਰ ਸਾਹਿਬ ਵਿਖੇ ਲੰਗਰ ਦੀ ਇਮਾਰਤ ਦੀ ਤਿਆਰੀ ਕਰਵਾਈ। ਆਖਰੀ 7 ਸਿੱਖ ਗੁਰੂਆਂ ਦੇ ਸੋਢੀ ਵੰਸ਼ੀਆਂ ਨੂੰ ਕਰ ਮੁਕਤ ਜ਼ਮੀਨੀ ਗ੍ਰਾਂਟਾਂ ਦਿੱਤੀਆਂ ਗਈਆਂ। 1878 ਵਿੱਚ ਅੰਗਰੇਜ਼ੀ ਅਫਗਾਨ ਯੁੱਧ ਵਿੱਚ ਬ੍ਰਿਟਿਸ਼ ਹਕੂਮਤ ਦੀ ਮਦਦ ਕਰਨ ਤੇ ਉਸ ਨੂੰ ਹਿਜ ਹਾਈਟਸ ਫਿਰਜੰਦ ਸਿਆਸਤਦਾਨ ਨਾਂ ਨਿਸ਼ਾਨ ਹਰਜਿਤ ਕੈਂਸਰ ਹਿੰਦ ਦੇ ਖਿਤਾਬ ਨਾਲ ਨਵਾਜਿਆ ਗਿਆ। ਬਿਕਰਮ ਸਿੰਘ ਦਾ ਦੇਹਾਂਤ 8 ਅਗਸਤ 1898 ਦੇ ਦਿਨ ਹੋਇਆ। ਰਾਜਾ ਬਲਵੀਰ ਸਿੰਘ। ਬਿਕਰਮ ਸਿੰਘ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਬਲਵੀਰ ਸਿੰਘ, ਜੋ ਕਿ ਬਠਿੰਡੇ ਦੇ 50 ਕਿਲੋਮੀਟਰ ਪੂਰਬ ਵੱਲ ਸਥਿਤ ਪਿੰਡ ਰੱਲੇ ਦੇ ਸਰਦਾਰ ਪ੍ਰਤਾਪ ਸਿੰਘ ਦੀ ਧੀ ਦੇ ਕੁੱਖੋਂ 30 ਅਗਸਤ 1869 ਦੇ ਦਿਨ ਪੈਦਾ ਹੋਇਆ ਸੀ, ਗੱਦੀ 'ਤੇ ਬੈਠਾ। ਉਸਨੇ ਆਪਣੇ ਲਈ ਕਿਲ੍ਹੇ ਦੇ ਬਾਹਰ ਖੂਬਸੂਰਤ ਮਹਿਲ ਦੀ ਉਸਾਰੀ ਕਰਵਾਈ। ਜਦੋਂ 1901 ਵਿੱਚ ਮਹਾਰਾਣੀ ਵਿਕਟੋਰੀਆ ਦਾ ਦੇਹਾਂਤ ਹੋਇਆ ਤਾਂ ਸ਼ਾਨਦਾਰ ਘੰਟਾ ਘਰ ਦੀ ਉਸਾਰੀ ਕਰਵਾ ਕੇ ਉਸਨੇ ਯਾਦ ਨੂੰ ਪੱਕਾ ਕੀਤਾ। ਇਸ ਦੇ ਇਲਾਵਾ ਉਸਨੇ ਸਪਰਜ ਦੀ ਟੁਕੜੀ ਲਈ ਨਵੀਂ ਛਾਉਣੀ ਦੀ ਉਸਾਰੀ ਦਾ ਕੰਮ ਵੀ ਕਰਵਾਇਆ। ਅਪ੍ਰੈਲ 1901 ਵਿੱਚ ਸਥਾਨਕ ਮਿਡਲ ਸਕੂਲ ਨੂੰ ਐਂਗਲੋ ਵਰਕੂਨੇਲਰ ਹਾਈ ਸਕੂਲ ਬਣਾ ਦਿੱਤਾ। 1 ਜਨਵਰੀ 1903 ਦੇ ਦਿਨ ਰਾਜਾ ਬਲਵੀਰ ਸਿੰਘ ਨੇ ਆਪਣੇ 300 ਸਾਥੀਆਂ ਦੇ ਨਾਲ ਦਿੱਲੀ ਵਿਖੇ ਬਾਦਸ਼ਾਹ ਐਡਵਰਡ 7ਵੇਂ ਦੇ ਦਰਬਾਰ ਵਿੱਚ ਭਾਗ ਲਿਆ। ਫਰੀਦਕੋਟ ਦੇ ਰਾਜਿਆਂ ਵਿੱਚੋਂ ਸਿਰਫ ਬਲਵੀਰ ਸਿੰਘ ਨੂੰ ਹੀ ਸਾਹਿਤ ਰਚਨਾ ਵਿੱਚ ਰੁਚੀ ਸੀ। ਉਸ ਦੀ ਕਿਤਾਬ ਇੱਕ ਰਾਜਾ ਔਰ ਉਸਕਾ ਦੌਰਾ ਦੇ 2 ਐਡੀਸ਼ਨ ਛਪੇ। ਸ਼ਾਇਦ ਉਸ ਨੂੰ ਲਿਖਣ ਦੀ ਪ੍ਰੇਰਨਾ ਕਪੂਰਥਲੇ ਦੇ ਰਾਜਾ ਜਗਜੀਤ ਸਿੰਘ ਨੇ 1893 ਵਿੱਚ ਛਪੀ ਕਿਤਾਬ ਮਾਈ ਟਰੈਵਲ ਇਨ ਯੂਰਪ ਐਂਡ ਅਮਰੀਕਾ ਤੋਂ ਮਿਲੀ ਸੀ, ਜੋ ਕਿ ਉਸਨੇ ਬਲਵੀਰ ਸਿੰਘ ਨੂੰ 8 ਮਈ 1899 ਦੇ ਦਿਨ ਭੇਟ ਕੀਤੀ ਸੀ। ਬਲਵੀਰ ਸਿੰਘ ਨੇ 2 ਕਿਤਾਬਾਂ ਮਹਾਰਾਜਾ ਕਪੂਰਥਲੇ ਦਾ ਸਫ਼ਰਨਾਮਾ ਅਤੇ ਮਹਾਰਾਣੀ ਕਪੂਰਥਲੇ ਦੀ ਡਾਇਰੀ ਦਾ ਸੰਪਾਦਨ ਵੀ ਕੀਤਾ, ਪਰ ਇਹਨਾਂ ਦੋਹਾਂ ਵਿੱਚ ਹੁਣ ਕੋਈ ਵੀ ਕਿਤਾਬ ਉਪਲਬਧ ਨਹੀਂ ਹੈ। ਲੱਗਦਾ ਹੈ ਕਿ ਇਹਨਾਂ ਵਿੱਚੋਂ ਪਹਿਲੀ ਕਿਤਾਬ ਤਾਂ ਮਹਾਰਾਜੀ ਕਪੂਰਥਲੇ ਦੇ ਅੰਗਰੇਜ਼ੀ ਵਿੱਚ ਛਪੇ ਸਫ਼ਰਨਾਮੇ ਦਾ ਹੀ ਪੰਜਾਬੀ ਅਨੁਵਾਦ ਹੋਵੇਗਾ। ਇਸ ਰਾਜਕਾਲ ਵਿੱਚ ਲਾਇਬ੍ਰੇਰੀ ਦੀ ਸਥਾਪਨਾ ਵੀ ਕੀਤੀ ਗਈ ਅਤੇ ਸਟੇਟ ਛਾਪਾਖਾਨਾ ਵੀ ਹੋਂਦ ਵਿੱਚ ਆਇਆ। ਬਦਕਿਸਮਤੀ ਨਾਲ ਬਲਵੀਰ ਸਿੰਘ ਬਹੁਤ ਲੰਮਾ ਸਮਾਂ ਰਾਜ ਨਾ ਕਰ ਸਕਿਆ ਅਤੇ 15 ਫਰਵਰੀ 1906 ਦੇ ਦਿਨ ਉਸ ਦਾ ਦੇਹਾਂਤ ਹੋ ਗਿਆ। ਉਹ ਬੇਔਲਾਦਾ ਸੀ ਅਤੇ ਉਸ ਦਾ ਛੋਟਾ ਭਰਾ ਕੁੰਵਰਗੰਜ ਇੰਦਰ ਸਿੰਘ 1900 ਵਿੱਚ ਪੂਰਾ ਹੋ ਚੁੱਕਾ ਸੀ। ਰਾਜੇ ਨੇ ਆਪਣੇ ਭਤੀਜੇ ਬ੍ਰਿਜ ਇੰਦਰ ਸਿੰਘ ਨੂੰ ਆਪਣਾ ਵਾਰਸ ਘੋਸ਼ਿਤ ਕਰ ਦਿੱਤਾ। ਇਸ ਲਈ ਉਸ ਨੂੰ ਗੱਦੀ 'ਤੇ ਬਿਠਾਇਆ ਗਿਆ। ਇਹ ਸੀ ਰਾਜਾ ਬਰਜਿੰਦਰ ਸਿੰਘ ਤੋਂ ਪਹਿਲਾਂ ਦਾ ਇਤਿਹਾਸ, ਜਿਸ ਦੇ ਵਿੱਚ ਉਸ ਦੇ ਪੁਰਖਿਆਂ ਦੇ ਇਤਿਹਾਸ ਬਾਰੇ ਤੁਹਾਨੂੰ ਦੱਸਿਆ ਗਿਆ ਕਿ ਕਿਸ ਤਰ੍ਹਾਂ ਰਾਜੇ ਮਹਾਰਾਜਿਆਂ ਨੂੰ ਇੱਕ ਤੋਂ ਦੂਸਰੇ ਤੋਂ ਬਾਅਦ ਤੀਸਰੇ ਨੂੰ ਗੱਦੀ ਮਿਲੀ। ਅੱਗੇ ਅਸੀਂ ਅਗਲੇ ਚੈਪਟਰ ਦੇ ਵਿੱਚ ਰਾਜਾ ਬਰਜਿੰਦਰ ਸਿੰਘ ਬਾਰੇ ਤੁਹਾਨੂੰ ਸੰਖੇਪ ਜਾਣਕਾਰੀ ਦਿਆਂਗੇ। ਵੀਡੀਓ ਦੇਖਣ ਦੇ ਲਈ ਧੰਨਵਾਦ। ਚੈਨਲ 'ਤੇ ਪਹਿਲੀ ਵਾਰੀ ਆਏ ਤਾਂ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਆਪਣੇ ਦੋਸਤਾਂ, ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਫਰੀਦਕੋਟ ਦੇ ਇਤਿਹਾਸ ਬਾਰੇ ਜਾਣੂ ਕਰਵਾਉਣ ਲਈ ਉਹਨਾਂ ਨੂੰ ਇਸ ਵੀਡੀਓ ਦਾ ਲਿੰਕ ਜ਼ਰੂਰ ਸ਼ੇਅਰ ਕਰੋ।